ਮਹਾਨ ਦਾਰਸ਼ਨਿਕ ਸਰ ਬਰਟਰੈਂਡ ਰਸਲ ਨੇ ਇੱਕ ਥਾਂ ਲਿਖਿਆ ਹੈ, 30 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਜੇਕਰ ਕ੍ਰਾਂਤੀਕਾਰੀ ਨਹੀਂ ਤਾਂ ਉਹ ਨੌਜਵਾਨ ਨਹੀਂ। ਆਪਣੀਆਂ ਇਨਕਲਾਬੀ ਸਰਗਰਮੀਆਂ ਨਾਲ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣ ਵਾਲੇ ਕ੍ਰਾਂਤੀਕਾਰੀਆਂ ਦਾ ਜ਼ਿਕਰ ਆਉਂਦਿਆਂ ਹੀ 23 ਮਾਰਚ ਦੇ ਦਿਨ ਦੇਸ਼ ਦੀ ਆਜ਼ਾਦੀ ਲਈ ਬਲੀਦਾਨ ਦੇਣ ਵਾਲੀ ਤ੍ਰਿਮੂਰਤੀ ਦਾ ਨਾਂ ਹਰ ਭਾਰਤ ਵਾਸੀ ਦੀ ਜ਼ੁਬਾਨ ਤੇ ਆ ਜਾਂਦਾ ਹੈ। ਇਹ ਭਾਰਤ ਮਾਤਾ ਦੇ 3 ਬਹਾਦਰ ਸਪੂਤਾਂ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਤੇ ਸੁਖਦੇਵ ਥਾਪਰ ਦਾ ਬਲੀਦਾਨ ਦਿਹਾੜਾ ਹੈ, ਜੋ ਦੇਸ਼ ਦੀ ਆਜ਼ਾਦੀ ਲਈ ਹੱਸਦੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਫਾਂਸੀ ਤੇ ਚੜ੍ਹ ਗਏ। 30 ਅਕਤੂਬਰ 1928 ਨੂੰ ਇੰਗਲੈਂਡ ਦੇ ਪ੍ਰਸਿੱਧ ਵਕੀਲ ਸਰ ਜੌਨ ਸਾਈਮਨ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕਮਿਸ਼ਨ ਲਾਹੌਰ ਆਇਆ। ਉਸ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਭਾਰਤ ਵਿੱਚ ਇਸ ਦਾ ਵਿਰੋਧ ਹੋ ਰਿਹਾ ਸੀ। ਲਾਹੌਰ ਵਿੱਚ ਵੀ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਸਿਰਫ ਕਾਲੇ ਝੰਡੇ ਤੇ ਸਾਈਮਨ ਕਮਿਸ਼ਨ ਗੋ ਬੈਕ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਇਸ ਦੇ ਵਿਰੋਧ ਦੇ ਰੂਪ ਦੇ ਵਿੱਚ ਸਨ। ਅੰਦੋਲਨਕਾਰੀਆਂ ਕੋਲ ਕੋਈ ਹਥਿਆਰ ਨਹੀਂ ਸੀ। ਸਿਰਫ ਮਜ਼ਬੂਤ ਇਰਾਦੇ ਦੀ ਤਾਕਤ ਨਾਲ ਉਹ ਬਰਤਾਨੀਆ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਅਗਵਾਈ 'ਚ ਸਟੇਸ਼ਨ ਵੱਲ ਅੱਗੇ ਵਧ ਰਹੇ ਸਨ। ਅੰਗਰੇਜ਼ਾਂ ਦੀ ਨਿਗਾਹ ਵਿੱਚ ਇਹ ਸੰਗੀਨ ਗੁਨਾਹ ਸੀ, ਸੋ ਇਸ ਨੂੰ ਰੋਕਣ ਲਈ ਪ੍ਰਦਰਸ਼ਨਕਾਰੀਆਂ ਤੇ ਲਾਠੀ ਚਾਰਜ ਕੀਤਾ ਗਿਆ। ਹਰ ਹੀਲੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਸੈਂਕੜੇ ਲੋਕ ਜ਼ਖਮੀ ਹੋਏ। ਪਰ ਐਡਾ ਕਹਿਰ ਹੋਣ ਦੇ ਬਾਵਜੂਦ ਲੋਕਾਂ ਦੇ ਦੇਸ਼ ਪ੍ਰੇਮ ਦੇ ਜਜ਼ਬੇ ਵਿੱਚ ਭੋਰਾ ਕਮੀ ਨਹੀਂ ਆਈ। ਕੋਈ ਅਸਰ ਨਾ ਹੁੰਦੇ ਵੇਖ ਪੁਲਿਸ ਕਪਤਾਨ ਸਕਾਟ ਨੇ ਆਪ ਲਾਠੀ ਲਈ ਤੇ ਲਾਲਾ ਜੀ ਤੇ ਵਾਰ ਕੀਤੇ। ਉਹਦੇ ਸਾਥੀ ਸਾਂਡਰਸ ਨੇ ਵੀ ਸਕਾਟ ਦਾ ਪੂਰਾ ਸਾਥ ਦਿੱਤਾ। ਕ੍ਰਾਂਤੀਕਾਰੀ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇਹ ਜ਼ੁਲਮ ਆਪਣੀ ਅੱਖੀਂ ਵੇਖਿਆ। ਉਸੇ ਸ਼ਾਮ ਜਦੋਂ ਲਾਹੌਰ 'ਚ ਜ਼ਖਮੀ ਹਾਲਤ 'ਚ ਲਾਲਾ ਲਾਜਪਤ ਰਾਏ ਨੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕੀਤਾ ਤਾਂ ਉਹਨਾਂ ਐਲਾਨ ਕੀਤਾ ਕਿ ਅੰਗਰੇਜ਼ਾਂ ਵੱਲੋਂ ਵਰਾਈਆਂ ਡਾਂਗਾਂ ਭਾਰਤ ਵਿੱਚ ਬਰਤਾਨਵੀ ਸਰਕਾਰ ਦੇ ਤਾਬੂਤ ਦੀਆਂ ਆਖਰੀ ਕਿੱਲਾਂ ਸਾਬਿਤ ਹੋਣਗੀਆਂ। ਇਸੇ ਮੌਕੇ ਮੌਜੂਦ ਕ੍ਰਾਂਤੀਕਾਰੀ ਯਸ਼ਪਾਲ ਤੇ ਸੁਖਦੇਵ ਨੇ ਦੇਖਿਆ ਕਿ ਲਾਲਾ ਜੀ ਦੇ ਭਾਸ਼ਣ ਦਾ ਇੱਕ ਅੰਗਰੇਜ਼ ਅਧਿਕਾਰੀ ਨੀਲ ਮਜ਼ਾਕ ਉਡਾ ਰਿਹਾ ਸੀ ਤੇ ਮੁਸਕਰਾ ਰਿਹਾ ਸੀ। ਉਹ ਕੀ ਜਾਣਦਾ ਸੀ ਕਿ ਲਾਲਾ ਜੀ ਦੀ ਕਹੀ ਇਹ ਗੱਲ ਆਉਣ ਵਾਲੇ ਸਮੇਂ 'ਚ ਇਨ ਬਿਨ ਸੱਚ ਸਾਬਿਤ ਹੋਣੀ ਸੀ। 17 ਨਵੰਬਰ ਨੂੰ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਲਾਲਾ ਜੀ ਸ਼ਹਾਦਤ ਪਾ ਗਏ ਤੇ ਪੂਰੇ ਦੇਸ਼ ਵਿੱਚ ਮਾਤਮ ਛਾ ਗਿਆ। ਨਰਮ ਦਲ ਦੇ ਸ਼ਾਂਤੀਵਾਦੀ ਤਾਂ ਇਸ ਸੱਟ ਨੂੰ ਚੁੱਪਚਾਪ ਜਰ ਗਏ, ਪਰ ਕ੍ਰਾਂਤੀਕਾਰੀ ਭਲਾ ਕਿਉਂ ਕਰ ਚੁੱਪ ਬਹਿ ਸਕਦੇ ਸੀ। ਭਗਤ ਸਿੰਘ, ਸੁਖਦੇਵ ਥਾਪਰ ਤੇ ਉਹਨਾਂ ਦੇ ਸਾਥੀਆਂ ਲਈ ਇਹ ਦੇਸ਼ ਦੀ ਵੱਡੀ ਬੇਇੱਜ਼ਤੀ ਸੀ। ਉਹਨਾਂ ਨਾਰਾ ਲਾਇਆ, ਖੂਨ ਦਾ ਬਦਲਾ ਖੂਨ। ਇੱਕ ਪੰਜਾਬ ਕੇਸਰੀ ਦੀ ਹੱਤਿਆ ਦਾ ਬਦਲਾ 10 ਗੋਰਿਆਂ ਨੂੰ ਮਾਰ ਕੇ ਲਿਆ ਜਾਏਗਾ। ਕ੍ਰਾਂਤੀਕਾਰੀਆਂ ਦੇ ਸੰਗਠਨ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਦੀ ਇੱਕ ਹੰਗਾਮੀ ਤੇ ਗੁਪਤ ਮੀਟਿੰਗ 10 ਦਸੰਬਰ 1928 ਦੀ ਰਾਤ ਲਾਹੌਰ ਵਿੱਚ ਹੋਈ। ਪ੍ਰਧਾਨਗੀ ਚੰਦਰ ਸ਼ੇਖਰ ਆਜ਼ਾਦ ਨੇ ਕੀਤੀ ਤੇ ਇਸ ਵਿੱਚ ਹਿੱਸਾ ਲਿਆ ਭਗਤ ਸਿੰਘ, ਮਹਾਵੀਰ ਸਿੰਘ, ਸੁਖਦੇਵ ਥਾਪਰ, ਸ਼ਿਵਰਾਮ, ਰਾਜਗੁਰੂ, ਦੁਰਗਾ ਭਾਬੀ, ਕਿਸ਼ੋਰੀ ਲਾਲ ਤੇ ਜੈ ਗੋਪਾਲ ਨੇ। ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਬਦਲਾ ਲੈਣ ਦੇ ਕੰਮ ਨੂੰ ਭਗਤ ਸਿੰਘ, ਸੁਖਦੇਵ ਥਾਪਰ, ਸ਼ਿਵਰਾਮ ਰਾਜਗੁਰੂ ਦੇ ਨਾਲ-ਨਾਲ ਪੰਡਿਤ ਆਜ਼ਾਦ ਤੇ ਜੈ ਗੋਪਾਲ ਪੂਰਾ ਕਰਨਗੇ। ਇਹਨਾਂ ਨੂੰ ਸੁਰੱਖਿਅਤ ਕੱਢਣ ਦੀ ਜ਼ਿੰਮੇਵਾਰੀ ਦੁਰਗਾ ਭਾਬੀ ਨੂੰ ਸੌਂਪੀ ਗਈ। ਤੈਅ ਕੀਤਾ ਗਿਆ ਕਿ ਸ਼ਿਵਰਾਮ ਰਾਜਗੁਰੂ ਤੇ ਭਗਤ ਸਿੰਘ ਸਕਾਟ ਤੇ ਗੋਲੀ ਚਲਾਉਣਗੇ ਤੇ ਉਹਨਾਂ ਦੀ ਰੱਖਿਆ ਪੰਡਿਤ ਆਜ਼ਾਦ ਤੇ ਸੁਖਦੇਵ ਥਾਪਰ ਕਰਨਗੇ, ਕਿਉਂ ਜੋ ਇਹਨਾਂ ਨੂੰ ਲੜਾਈ ਤੇ ਫਾਇਰ ਐਂਡ ਮੂਵਮੈਂਟ ਵਿੱਚ ਖਾਸ ਸਿਖਲਾਈ ਹਾਸਿਲ ਸੀ। ਪੰਜਾਬ ਦੇ ਇਹਨਾਂ ਸਪੂਤਾਂ ਨੇ ਲਾਲਾ ਲਾਜਪਤ ਰਾਏ ਦੇ ਖੂਨ ਦਾ ਬਦਲਾ ਖੂਨ ਨਾਲ ਹੀ ਲਿਆ। ਲਾਲਾ ਜੀ ਦੀ ਮੌਤ ਦੇ ਠੀਕ ਮਾਸਿਕ ਸ਼ਰਾਧ ਦਿਵਸ ਭਾਵ 17 ਦਸੰਬਰ ਨੂੰ ਸਾਂਡਰਸ ਦੀ ਹੱਤਿਆ ਕਰ ਦਿੱਤੀ ਗਈ, ਪਰ ਉਹ ਤਾਂ ਪੁਲਿਸ ਕਪਤਾਨ ਸਕਾਟ ਦੀ ਹੱਤਿਆ ਕਰਨਾ ਚਾਹੁੰਦੇ ਸਨ। ਸਾਂਡਰਸ ਦੀ ਹੱਤਿਆ ਤੋਂ ਬਾਅਦ ਕ੍ਰਾਂਤੀਕਾਰੀ ਭੇਸ ਵਟਾ ਕੇ ਪੰਜਾਬ ਤੋਂ ਬਾਹਰ ਨਿਕਲ ਗਏ। 1929 'ਚ ਬ੍ਰਿਟਿਸ਼ ਭਾਰਤ ਦੀ ਸਰਕਾਰ ਦਿੱਲੀ ਦੀ ਕੌਮੀ ਅਸੈਂਬਲੀ 'ਚ ਪਬਲਿਕ ਸੇਫਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਲਿਆਉਣ ਦੀ ਤਿਆਰੀ ਵਿੱਚ ਸੀ। ਇਹ ਕਾਲੇ ਕਾਨੂੰਨ ਸਨ ਜਿਨ੍ਹਾਂ ਨੂੰ ਪਾਸ ਕਰਨ ਦਾ ਫੈਸਲਾ ਸਰਕਾਰ ਕਰ ਚੁੱਕੀ ਸੀ।
ਅੰਗਰੇਜ਼ਾਂ ਦਾ ਇਸ ਬਿੱਲ ਨੂੰ ਕਾਨੂੰਨ ਬਣਾਉਣ ਦਾ ਉਦੇਸ਼ ਭਾਰਤ ਵਿੱਚ ਕ੍ਰਾਂਤੀ ਦੀ ਉੱਠ ਰਹੀ ਆਵਾਜ਼ ਨੂੰ ਮੁੱਢਲੇ ਦੌਰ ਵਿੱਚ ਹੀ ਦਬਾਉਣਾ ਸੀ। ਭਗਤ ਸਿੰਘ ਜਾਣਦੇ ਸਨ ਕਿ ਬਰਤਾਨਵੀ ਹਕੂਮਤ ਵਿੱਚ ਨਿਆਂ ਦੀ ਕੋਈ ਜਗ੍ਹਾ ਨਹੀਂ ਹੈ। ਇਸੇ ਲਈ ਉਨ੍ਹਾਂ ਕ੍ਰਾਂਤੀਕਾਰੀਆਂ ਦੀ ਕੇਂਦਰੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਕਿਹਾ ਸੀ ਕਿ ਅੰਗਰੇਜ਼ ਗੁਲਾਮਾਂ ਨੂੰ ਸਾਹ ਲੈਣ ਦਾ ਮੌਕਾ ਦਿੱਤੇ ਬਿਨਾਂ ਹੀ ਉਨ੍ਹਾਂ ਨੂੰ ਦਬਾਉਣਾ ਤੇ ਲੁੱਟਣਾ ਚਾਹੁੰਦੇ ਨੇ ਤੇ ਇਹਨਾਂ ਨੂੰ ਰੋਕਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ, ਬਲੀਦਾਨ। ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ 8 ਅਪ੍ਰੈਲ 1929 ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਫੈਸਲਾ ਕੀਤਾ ਗਿਆ। ਉਂਝ ਅਸੈਂਬਲੀ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਇਸ ਕਾਨੂੰਨ ਦੇ ਖਿਲਾਫ ਸਨ, ਪਰ ਵਾਇਸਰਾਏ ਆਪਣੇ ਖਾਸ ਅਧਿਕਾਰ ਨਾਲ ਇਸ ਬਿੱਲ ਨੂੰ ਪਾਸ ਕਰਾਉਣਾ ਚਾਹੁੰਦਾ ਸੀ। ਫੈਸਲਾ ਹੋਇਆ ਕਿ ਜਦੋਂ ਵਾਇਸਰਾਏ ਪਬਲਿਕ ਸੇਫਟੀ ਬਿੱਲ ਕਾਨੂੰਨ ਬਣਾਉਣ ਲਈ ਕਹੇ, ਉਸ ਸਮੇਂ ਅਸੈਂਬਲੀ ਵਿੱਚ ਧਮਾਕਾ ਕੀਤਾ ਜਾਵੇ। ਇਵੇਂ ਹੀ ਹੋਇਆ। ਜਿਵੇਂ ਹੀ ਬਿੱਲ ਸੰਬੰਧੀ ਐਲਾਨ ਹੋਇਆ, ਭਗਤ ਸਿੰਘ ਨੇ ਬੰਬ ਧਮਾਕਾ ਕਰ ਦਿੱਤਾ, ਪਰ ਇਸ ਤਰੀਕੇ ਕਿ ਜਿਸ ਨਾਲ ਵੱਲਭ ਭਾਈ ਪਟੇਲ ਤੇ ਮੋਤੀ ਲਾਲ ਨਹਿਰੂ ਨੂੰ ਸੱਟ ਨਾ ਲੱਗੇ। ਦੂਜਾ ਬੰਬ ਬਟੂਕੇਸ਼ਵਰ ਦੱਤ ਨੇ ਸੁੱਟਿਆ। ਪੂਰੇ ਹਾਲ ਵਿੱਚ ਧੂਆਂ ਭਰ ਗਿਆ, ਨੱਠ ਭੱਜ ਮਚ ਗਈ, ਪਰ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਉੱਥੇ ਹੀ ਖੜੇ ਰਹੇ। ਉਹਨਾਂ ਨੇ ਇੱਕ ਪਰਚਾ ਵੀ ਸੁੱਟਿਆ ਜਿਸ ਤੇ ਲਿਖਿਆ ਸੀ, ਬੋਲਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਹੁੰਦੀ ਹੈ। ਅਸੈਂਬਲੀ ਵਿੱਚ ਜਦੋਂ ਪੁਲਿਸ ਇੰਸਪੈਕਟਰ ਜੌਨਸਨ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਆਇਆ ਤਾਂ ਇਹਨਾਂ ਵੀਰਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, ਫਿਕਰ ਨਾ ਕਰੋ, ਅਸੀਂ ਪੂਰੀ ਦੁਨੀਆ ਨੂੰ ਦੱਸਾਂਗੇ ਕਿ ਇਹ ਕੰਮ ਅਸੀਂ ਕੀਤਾ ਹੈ। ਇਸ ਤੋਂ ਬਾਅਦ ਕ੍ਰਾਂਤੀਕਾਰੀਆਂ ਦੀ ਗ੍ਰਿਫਤਾਰੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੁਖਦੇਵ ਥਾਪਰ, ਜੈ ਗੋਪਾਲ ਤੇ ਕਿਸ਼ੋਰੀ ਲਾਲ ਕਈ ਸਾਥੀਆਂ ਸਣੇ ਫੜੇ ਗਏ। ਇਹਨਾਂ ਨੂੰ ਸਜ਼ਾ ਦੇਣ ਲਈ ਅਦਾਲਤੀ ਨਿਆਂ ਦਾ ਨਾਟਕ ਸ਼ੁਰੂ ਹੋਇਆ। ਭਗਤ ਸਿੰਘ ਖਿਲਾਫ ਧਾਰਾ 307 ਤੇ ਧਮਾਕਾ ਖੇਜ਼ ਪਦਾਰਥ ਦੀ ਧਾਰਾ 3 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਇਹਨਾਂ ਦੇ ਨਾਲ-ਨਾਲ ਇਹਨਾਂ ਦੇ ਸਾਥੀਆਂ ਤੇ ਸਾਂਡਰਸ ਦੀ ਹੱਤਿਆ, ਲਾਹੌਰ ਸਾਜ਼ਿਸ਼ ਕੇਸ ਵੀ ਜੇਲ੍ਹ ਵਿੱਚ ਰਹਿੰਦਿਆਂ ਚਲਾਇਆ ਗਿਆ। ਫਰਾਰ ਕ੍ਰਾਂਤੀਕਾਰੀਆਂ ਵਿੱਚੋਂ ਸ਼ਿਵਰਾਮ ਰਾਜਗੁਰੂ ਨੂੰ ਪੂਨਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਭਗਤ ਸਿੰਘ, ਸੁਖਦੇਵ ਥਾਪਰ, ਸ਼ਿਵਰਾਮ ਰਾਜਗੁਰੂ ਅਤੇ ਵਿਜੇ ਕੁਮਾਰ ਚਾਹੁੰਦੇ ਸਨ ਕਿ ਮੁਕੱਦਮੇ ਕਾਰਨ ਮਿਲੇ ਮੰਚ ਦਾ ਵੱਧ ਤੋਂ ਵੱਧ ਇਸਤੇਮਾਲ ਅੰਗਰੇਜ਼ਾਂ ਖਿਲਾਫ ਪ੍ਰਚਾਰ ਲਈ ਕੀਤਾ ਜਾਵੇ। ਆਖਿਰ ਅਦਾਲਤ ਨੇ ਭਗਤ ਸਿੰਘ, ਸੁਖਦੇਵ ਥਾਪਰ ਤੇ ਸ਼ਿਵਰਾਮ ਰਾਜਗੁਰੂ ਨੂੰ ਸਜ਼ਾਏ ਮੌਤ, ਵਿਜੇ ਕੁਮਾਰ, ਜੈਦੇਵ ਕਪੂਰ, ਗਿਆ ਪ੍ਰਸਾਦ, ਸ਼ਿਵ ਕੁਮਾਰ ਵਰਮਾ, ਕਮਲਨਾਥ ਤਿਵਾੜੀ, ਕਿਸ਼ੋਰੀ ਲਾਲ ਤੇ ਮਹਾਵੀਰ ਤਰਕਸ਼ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ। ਕੁੰਦਨ ਲਾਲ ਨੂੰ 7 ਵਰ੍ਹਿਆਂ ਤੇ ਪ੍ਰੇਮ ਦੱਤ ਨੂੰ 3 ਵਰ੍ਹਿਆਂ ਦੀ ਸਖਤ ਸਜ਼ਾ ਦਿੱਤੀ ਗਈ। 23 ਮਾਰਚ 1931 ਦੀ ਰਾਤ ਨੂੰ ਭਗਤ ਸਿੰਘ, ਸੁਖਦੇਵ ਥਾਪਰ ਤੇ ਸ਼ਿਵਰਾਮ ਰਾਜਗੁਰੂ ਨੇ ਹੱਸਦੇ-ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮ ਲਿਆ। ਮੰਨਿਆ ਤਾਂ ਜਾਂਦਾ ਹੈ ਕਿ ਮੌਤ ਲਈ 24 ਮਾਰਚ ਦੀ ਸਵੇਰ ਦਾ ਸਮਾਂ ਨਿਸ਼ਚਿਤ ਸੀ, ਪਰ ਇਹਨਾਂ ਤਿੰਨਾਂ ਦੇਸ਼ ਭਗਤਾਂ ਦੇ ਪ੍ਰਤੀ ਭਾਰਤੀ ਜਨਮਾਨਸ 'ਚ ਸ਼ਰਧਾ ਤੇ ਸਨਮਾਨ ਦੀ ਭਾਵਨਾ ਨੂੰ ਦੇਖਦੇ ਹੋਏ ਘਬਰਾਈ ਸਰਕਾਰ ਨੇ ਮਿੱਥੇ ਸਮੇਂ ਤੋਂ 12 ਘੰਟੇ ਪਹਿਲਾਂ ਹੀ 23 ਤੇ 24 ਮਾਰਚ ਦੀ ਰਾਤ ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ। ਬ੍ਰਿਟਿਸ਼ ਸ਼ਾਸਨ ਵਿੱਚ ਚੋਰ, ਡਾਕੂ ਤੇ ਕਾਤਲਾਂ ਨੂੰ ਵੀ ਕਦੇ ਰਾਤ ਦੇ ਸਮੇਂ ਫਾਂਸੀ ਨਹੀਂ ਸੀ ਦਿੱਤੀ ਜਾਂਦੀ। ਫਾਂਸੀ ਤੋਂ ਪਹਿਲਾਂ ਘਰ ਵਾਲਿਆਂ ਨਾਲ ਮੁਲਾਕਾਤ ਵੀ ਹੁੰਦੀ ਸੀ, ਪਰ ਇੱਥੇ ਇਹ ਸਭ ਮੌਕੇ ਵੀ ਖੋਹ ਲਏ ਗਏ। ਇੰਨਾ ਹੀ ਨਹੀਂ, ਫਾਂਸੀ ਮਗਰੋਂ ਜਨਤਾ ਦੇ ਰੋਹ ਦੇ ਖਿਆਲ ਦੇ ਨਾਲ ਅੰਗਰੇਜ਼ ਅਧਿਕਾਰੀਆਂ ਨੇ ਹਨੇਰੇ ਵਿੱਚ ਹੀ ਇਹਨਾਂ ਦਾ ਸੰਸਕਾਰ ਕਰ ਅੱਧ ਸੜੀਆਂ ਲਾਸ਼ਾਂ ਨੂੰ ਸਤਲੁਜ ਵਿੱਚ ਸੁੱਟ ਦਿੱਤਾ। 24 ਮਾਰਚ ਨੂੰ ਜਦੋਂ ਇਹ ਖਬਰ ਦੇਸ਼ਵਾਸੀਆਂ ਨੂੰ ਮਿਲੀ ਤਾਂ ਲੋਕ ਉੱਥੇ ਪੁੱਜੇ ਜਿੱਥੇ ਬਲੀਦਾਨੀਆਂ ਦੇ ਪਵਿੱਤਰ ਆਖਰੀ ਨਿਸ਼ਾਨ ਬਚੇ ਸਨ। ਹੁਣ ਇਹ ਜਗ੍ਹਾ ਹੁਸੈਨੀ ਵਾਲਾ ਸਮਾਰਕ ਫਿਰੋਜ਼ਪੁਰ ਦੇ ਨਾਂ ਨਾਲ ਪ੍ਰਸਿੱਧ ਹੈ। ਇਹਨਾਂ ਬਲੀਦਾਨੀਆਂ ਦੇ ਬਲੀਦਾਨ ਤੇ ਮਾਣ ਕਰਦਿਆਂ, ਇਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਏ ਵੀਰ ਸਾਵਰਕਰ ਦੀ ਲਿਖੀ ਕਵਿਤਾ ਆਪ ਦੇ ਨਜ਼ਰ।